ਹੁਣ ਤੁਸੀਂ ਸੁਣੋਗੇ ਸਰਬਜੀਤ ਸਰ ਦੀ ਇੱਕ ਕਹਾਣੀ ਉਡੀਕ। ਮੈਂ ਸੀ ਜਿਹਨੂੰ ਉਡੀਕਦਾ, ਮੈਂ ਸੀ ਜਿਹਨੂੰ ਉਡੀਕਦਾ, ਇਹ ਤਾਂ ਉਹ ਸ਼ਹਿਰ ਨਹੀਂ ਜੋ ਮੇਰਾ ਸੀ ਤੇ ਮੈਂ ਜਿਸ ਦਾ ਸੀ, ਇਹ ਤਾਂ ਉਹ ਸ਼ਹਿਰ ਨਹੀਂ। ਸ਼ਾਇਦ ਇਹੀ ਇਹਨਾਂ ਸਾਰੇ ਬਜ਼ੁਰਗਾਂ ਦੀ ਅੱਖਾਂ 'ਚ ਲਿਖਿਆ ਹੋਇਆ ਸੀ, ਜਿਹਨੂੰ ਪੜ੍ਹ ਕੇ ਮੇਰੀਆਂ ਅੱਖਾਂ ਮੱਲੋ ਮੱਲੀ ਭਿੱਜ ਗਈਆਂ। ਪਰ ਇਹ ਸੱਚਾਈ ਹੈ ਦੋਸਤੋ, ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੀ। ਇਹ ਸੱਚਾਈ ਹੈ ਅੱਜ ਦੇ ਪੰਜਾਬ ਦੀ ਤੇ ਇਸ ਦੇ ਬਜ਼ੁਰਗਾਂ ਦੀ। ਪਿਛਲੇ ਸਾਲ ਸਰਦੀਆਂ, ਸ਼ਾਇਦ ਦਸੰਬਰ ਮਹੀਨੇ ਦੀ ਗੱਲ ਹੈ, ਮੈਂ ਲੁਧਿਆਣੇ ਆਪਣੇ ਪਿੰਡ ਜਾ ਰਹੀ ਸੀ। ਕਾਰ 'ਚ ਵੀ ਜਾਣ ਦਾ ਆਪਣਾ ਹੀ ਮਜ਼ਾ ਹੈ। ਚਾਰੋਂ ਪਾਸੇ ਵਿਛੀ ਕੁਦਰਤ ਦੀ ਖੂਬਸੂਰਤੀ ਦੇਖਣ ਦੇ ਨਾਲ ਹੀ ਜਿੱਥੇ ਵੀ ਜੀ ਕਰੇ ਬੰਦਾ ਗੱਡੀ ਰੋਕ ਕੇ ਕਮਰ ਸਿੱਧੀ ਕਰ ਲੈਂਦਾ, ਜਾਂ ਫਿਰ ਕਿਸੇ ਢਾਬੇ ਤੇ ਖੜ ਕੇ ਕੜਕ ਚਾਹ ਪੀਤੀ ਜਾ ਸਕਦੀ ਹੈ। ਇੱਕ ਪਤਲੀ ਨਵੀਂ ਬਣੀ ਸੜਕ ਤੋਂ ਹੋ ਕੇ ਸਾਡੀ ਗੱਡੀ ਲੰਘ ਰਹੀ ਸੀ। ਸੜਕ ਦੇ ਦੋਹੀਂ ਪਾਸੇ ਸਰੋਂ ਦੇ ਪੈਲਾਂ ਪਾਉਂਦੇ ਖੇਤ ਸੀ। ਪੰਜਾਬ ਦੀ ਮਿੱਟੀ 'ਚ ਇਹੋ ਜਿਹੀ ਕਸ਼ਿਸ਼ ਹੈ ਕਿ ਬੰਦੇ ਨੂੰ ਲੱਗਦਾ ਹੈ ਕਿ ਬਸ ਸਭ ਕੁਝ ਛੱਡ ਛਡਾ ਕੇ ਇੱਥੇ ਹੀ ਰਹਿ ਜਾਵੇ। ਇਉਂ ਲੱਗਦਾ ਹੈ ਜਿਵੇਂ ਔਲ ਕਦੇ ਕੱਟੀ ਨਹੀਂ ਗਈ ਪੰਜਾਬ ਨਾਲੋਂ। ਅਚਾਨਕ ਮੇਰੀ ਨਜ਼ਰ ਸੜਕ ਤੋਂ ਥੋੜੀ ਦੂਰ ਹਟ ਕੇ ਕੱਚੇ ਥਾਂ ਤੇ ਟੇਢੇ ਜਿਹੇ ਖੜੇ ਬਿਜਲੀ ਦੇ ਖੰਭੇ ਤੇ ਲੱਗੇ ਹੋਏ ਇੱਕ ਛੋਟੇ ਬੋਰਡ ਤੇ ਪਈ, ਜਿਸ ਤੇ ਲਿਖਿਆ ਸੀ ਬਿਰਧ ਆਸ਼ਰਮ, ਤੇ ਅੰਦਰ ਜਾਂਦੀ ਇੱਕ ਸੜਕ ਵੱਲ ਐਰੋ ਬਣਿਆ ਹੋਇਆ ਸੀ। ਬਿਰਧ ਆਸ਼ਰਮ। ਮੇਰੇ ਰੰਗਲੇ ਤੇ ਹੱਸਦੇ ਖੇਡਦੇ ਪੰਜਾਬ ਨੂੰ ਇਸ ਦੀ ਕੀ ਲੋੜ ਪੈ ਗਈ? ਮਿਹਨਤਕਸ਼ ਲੋਕ ਨੇ ਇੱਥੋਂ ਦੇ, ਜੋ ਪਰਿਵਾਰ ਦੇ ਬਜ਼ੁਰਗਾਂ ਦੀ ਸੀਸਾਂ ਲੈ ਕੇ ਹਰ ਕੰਮ ਦੀ ਸ਼ੁਰੂਆਤ ਕਰਦੇ ਨੇ। ਇਹ ਨਿੱਕੇ ਰਿਸ਼ਤਿਆਂ ਦੀ ਧਰਤੀ ਹੈ। ਇੱਥੇ ਬਿਰਧ ਆਸ਼ਰਮ। ਬਸ ਫਿਰ ਕੀ ਸੀ, ਮੈਂ ਗੱਡੀ ਉੱਧਰ ਨੂੰ ਮੋੜਤੀ। ਨੀਲੀ ਸਫੇਦੀ ਵਾਲਾ ਇੱਕ ਵੱਡਾ ਸਾਰਾ ਮਕਾਨ ਅੱਡ ਹੀ ਦਿਸਦਾ ਸੀ। ਮੋਟੇ ਮੋਟੇ ਅਕਸ਼ਰਾਂ 'ਚ ਗੇਟ ਤੇ ਲੱਗੇ ਬੋਰਡ ਤੇ ਵੀ ਬਿਰਧ ਆਸ਼ਰਮ ਲਿਖਿਆ ਹੋਇਆ ਸੀ। ਲੋਹੇ ਦਾ ਗੇਟ ਅੱਧਾ ਖੁੱਲਾ ਸੀ। ਮੈਂ ਗੇਟ ਤੇ ਖੜ ਕੇ ਅੰਦਰ ਝਾਕ ਕੇ ਦੇਖਿਆ। ਇੱਟਾਂ ਦੇ ਬਣੇ ਖੁੱਲੇ ਵਿਹੜੇ 'ਚ ਬੈਠੇ ਇੱਕ ਬਜ਼ੁਰਗ ਅਖਬਾਰ ਪੜ੍ਹਦੇ ਸੀ, ਤੇ ਕੋਲ ਹੀ 2-3 ਹੋਰ ਬੈਠੇ ਦੇਸ਼ ਦਾ ਮਾਹੌਲ ਡਿਸਕਸ ਕਰ ਰਹੇ ਸੀ। ਥੋੜੀ ਜਿਹੀ ਦੂਰ ਮੰਜੇ ਤੇ ਬੈਠੀਆਂ 2-3 ਬੁੜੀਆਂ ਸਾਗ ਤੋੜਦੀਆਂ ਸੀ। ਕੱਚੀਆਂ ਗੰਦਲਾਂ ਦੀ ਖੁਸ਼ਬੂ ਨਾਲ ਜਿਵੇਂ ਮੇਰੇ ਤੇ ਮੂੰਹ 'ਚ ਪਾਣੀ ਆ ਗਿਆ। ਸ਼ਾਇਦ ਸ਼ਾਮ ਦੇ ਖਾਣੇ ਦੀ ਤਿਆਰੀ ਹੋ ਰਹੀ ਸੀ। ਮੈਨੂੰ ਦੇਖ ਕੇ ਉਹਨਾਂ ਸਾਰਿਆਂ ਦੀਆਂ ਅੱਖਾਂ 'ਚ ਇੱਕ ਚਮਕ ਜਿਹੀ ਆ ਗਈ। ਉਹ ਸ਼ਾਇਦ ਹਰ ਇੱਕ ਨੂੰ ਕਿਸੇ ਆਪਣੇ ਦੇ ਆਉਣ ਦੀ ਉਮੀਦ ਤੇ ਆਸ ਦੀ ਚਮਕ ਸੀ। ਪਰਲੇ ਕੋਨੇ 'ਚ ਬਣੇ ਇੱਕ ਸੀਮੈਂਟ ਦੇ ਥੜੇ ਤੇ ਲੰਬੀ ਚਿੱਟੀ ਖੁੱਲੀ ਦਾੜੀ ਵਾਲੇ ਇੱਕ ਬਜ਼ੁਰਗ ਖਾਮੋਸ਼ ਬੈਠੇ ਸੀ। ਢਿੱਲੀ ਜਿਹੀ ਹਲਕੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ। ਸਾਰਿਆਂ ਨੂੰ ਝੁੱਕ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਸਿੱਧੀ ਇਸ ਬਜ਼ੁਰਗਵਾਰ ਕੋਲ ਪਹੁੰਚੀ। ਸਤਿ ਸ੍ਰੀ ਅਕਾਲ ਬਾਪੂ ਜੀ ਕਹਿ ਕੇ ਮੈਂ ਉਹਨਾਂ ਦੇ ਕੋਲ ਹੀ ਥੜੇ ਤੇ ਬਹਿ ਗਈ। ਉਹਨਾਂ ਨੇ ਸਿਰ ਉੱਤੇ ਕਰਕੇ ਮੈਨੂੰ ਦੇਖਿਆ ਤੇ ਬਿਨਾਂ ਦੰਦਾਂ ਦੀ ਪੋੜੀ ਮੁਸਕਰਾਹਟ ਨਾਲ ਉਹਨਾਂ ਦਾ ਚਿਹਰਾ ਖਿਲ ਗਿਆ। ਮਿੰਨੀ, ਮਿੰਨੀ ਆ ਗਈ ਪੁੱਤ ਤੂੰ? ਇਹ ਸਾਰੇ ਕਹਿੰਦੇ ਸੀ ਤੂੰ ਕੈਨੇਡਾ ਚਲੀ ਗਈ ਤੇ ਤੂੰ ਹੁਣ ਮੁੜ ਕੇ ਨਹੀਂ ਆਉਣਾ। ਤੇ ਮੇਰਾ ਹੱਥ ਉਹਨਾਂ ਨੇ ਕੁੱਟ ਕੇ ਫੜ ਲਿਆ। ਕਹਿਣ ਲੱਗੇ, ਮੈਂ ਰੋਜ਼ ਤੈਨੂੰ ਉਡੀਕਦਾ ਸੀ। ਮੈਨੂੰ ਪਤਾ ਸੀ ਤੂੰ ਆਪਣੇ ਬਾਪੂ ਨੂੰ ਛੱਡ ਕੇ ਕਦੇ ਕਿਤੇ ਨਹੀਂ ਜਾ ਸਕਦੀ। ਮੈਂ ਤੇਰੇ ਵਾਸਤੇ ਇੱਕ ਨਵੀਂ ਕਿਤਾਬ ਰੱਖੀ ਹੈ, ਆਪਾਂ ਦੋਵੇਂ ਪੜਾਂਗੇ। ਫਿਰ ਆਪਣੇ ਕੁੜਤੇ ਦੇ ਬੋਝੇ 'ਚ ਹੱਥ ਪਾਇਆ ਤੇ ਇੱਕ ਮੈਲਾ ਮੁੱਚੜਿਆ ਹੋਇਆ 1 ਰੁਪਈਏ ਦਾ ਨੋਟ ਕੱਢਿਆ ਤੇ ਮੇਰੇ ਹੱਥ ਤੇ ਰੱਖਤਾ। ਆ ਲੈ ਰੁਪਈਆ, ਤੇ ਤੂੰ ਮੰਗੂ ਦੀ ਹੱਟੀ ਤੋਂ ਪਤਾਸੇ ਲੈ ਕੇ ਖਾ ਲਈ। ਇਹ ਅੰਦਾਜ਼ਾ ਲਾਉਣ 'ਚ ਮੈਨੂੰ ਚਿਰ ਨਹੀਂ ਲੱਗਿਆ ਕਿ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਇੱਥੇ ਛੱਡ ਕੇ ਆਪ ਕਿਸੇ ਹੋਰ ਦੇਸ਼ ਜਾ ਬੈਠੇ ਨੇ, ਤੇ ਇਹ ਨੇ ਕਿ ਉਮੀਦ ਦਾ ਲੜ ਨਹੀਂ ਛੱਡਦੇ, ਜਾਂ ਇਹਨਾਂ ਵਾਸਤੇ ਸ਼ਾਇਦ ਸਮਾਂ ਉੱਥੇ ਹੀ ਠਹਿਰ ਗਿਆ ਹੈ। ਪਰ ਫੇਰ ਤਾਂ ਮੁਖੀ ਜੀ ਇਹਨਾਂ ਨੂੰ ਇੱਥੇ ਸਾਰੇ ਇਸੇ ਨਾਂ ਨਾਲ ਸੱਦਦੇ ਨੇ।
ਨੇ ਗੱਲਾਂ ਸ਼ੁਰੂ ਕੀਤੀਆਂ। ਐਂ ਲੱਗਿਆ ਜਿਵੇਂ ਇੱਕ ਅਰਸੇ ਤੋਂ ਕਿਸੇ ਨਾਲ ਇਹ ਸਭ ਵੰਡਣਾ ਚਾਹੁੰਦੇ ਸੀ। ਆਪਣੇ ਬਚਪਨ ਦੇ ਸਾਰੇ ਦੋਸਤਾਂ ਦੇ ਨਾਂ, ਸੁਖੀ, ਭੋਲਾ, ਸਰਦੂਲ, ਕਾਲਾ, ਸਭ ਯਾਦ ਸੀ ਉਹਨਾਂ ਨੂੰ। ਤੇ ਇਹ ਵੀ ਯਾਦ ਸੀ ਕਿ ਇਹ ਸਾਰੇ ਇਕੱਠੇ ਹੋ ਕੇ ਰੋਜ਼ ਸਵੇਰੇ ਤੇ ਸ਼ਾਮ ਨੂੰ ਨਹਿਰ 'ਚ ਗੋਤੇ ਲਾਉਂਦੇ ਹੁੰਦੇ ਸੀ। ਇੱਕ ਆਨੇ ਦਾ ਸਿੱਕਾ ਪਾਣੀ 'ਚ ਸਿੱਟਣਾ ਤੇ ਫਿਰ ਉਹਨੂੰ ਕੱਢ ਕੇ ਲਿਆਉਣ ਦੀ ਸ਼ਰਤ ਲੱਗਦੀ ਹੁੰਦੀ ਸੀ। ਜੋ ਜਿੱਤਦਾ ਉਹ ਸਾਰਿਆਂ ਨੂੰ ਲਾਲੇ ਦੀ ਦੁਕਾਨ ਤੋਂ ਗਰਮਾ ਗਰਮ ਜਲੇਬੀਆਂ ਖਿਲਾਉਂਦਾ। ਤੇ ਇਹ ਦੱਸ ਕੇ ਉਹ ਬੋੜੇ ਮੂੰਹ ਨਾਲ ਖਿੜਖਿੜ ਹੱਸ ਕੇ ਕਹਿਣ ਲੱਗੇ, ਤੇ ਜਿੱਤਦਾ ਤਾਂ ਤੇਰਾ ਬਾਪੂ ਹੀ ਸੀ ਹਮੇਸ਼ਾ। ਇਹ ਵੀ ਦੱਸਿਆ ਕਿ ਇਹਨਾਂ ਰੋਜ਼ ਦੇ ਗੋਤਿਆਂ ਨੇ ਉਹਨਾਂ ਨੂੰ ਸਟੇਟ ਲੈਵਲ ਤੈਰਾਕੀ ਤੇ ਗੋਤਾਖੋਰੀ 'ਚ ਚੈਂਪੀਅਨ ਬਣਾਇਆ। ਸੈਂਕੜੋਂ ਇਨਾਮ ਮਿਲੇ। ਇੱਕ ਵਾਰ ਜਦ ਪੰਡਿਤ ਨਹਿਰੂ ਦੇ ਹੱਥੋਂ ਉਹਨਾਂ ਦੇ ਗਲ 'ਚ ਤਮਗਾ ਪਾਇਆ ਗਿਆ ਤਾਂ ਸਾਰੇ ਪਿੰਡ ਨੂੰ ਲੱਡੂ ਵੰਡੇ ਗਏ ਸੀ। ਪਿੰਡ 'ਚ ਬਣੇ ਪੰਚਾਇਤ ਤੇ ਬਰਾਤ ਘਰ ਦਾ ਉਦਘਾਟਨ ਵੀ ਮੁਖੀ ਜੀ ਤੋਂ ਕਰਾਇਆ ਗਿਆ। ਫਿਰ ਕਹਿੰਦੇ ਇਸੇ ਨਹਿਰ ਦੇ ਕੰਢੇ ਮੈਂ ਰੋਜ਼ ਤੇਰੇ ਪਾਪਾ ਨੂੰ ਉਂਗਲੀ ਫੜ ਕੇ ਲਿਆਉਂਦਾ ਹੁੰਦਾ ਸੀ ਤੇ ਦਿਖਾਉਂਦਾ ਸੀ, ਜਿੱਥੋਂ ਖੜ ਕੇ ਮੈਂ ਨਹਿਰ 'ਚ ਛਾਲ ਮਾਰ ਕੇ ਦੂਜੇ ਕੰਢੇ ਨਿਕਲ ਆਉਂਦਾ ਸੀ। ਫਿਰ ਕੁਝ ਸੋਚਣ ਲੱਗੇ ਤੇ ਬੋਲੇ, ਮੇਰੀ ਭੂਆ ਲਲ ਤੋਂ ਵਿਆਹੀ ਹੋਈ ਸੀ ਤੇ ਉਹੀ ਮੇਰੇ ਵਾਸਤੇ ਨਿਰਮਲ ਜਾਣੀ ਤੇਰੀ ਬੇਬੇ ਦਾ ਰਿਸ਼ਤਾ ਲਿਆਈ ਸੀ। ਸਾਰਾ ਪਿੰਡ ਦੇਖਣ ਆਇਆ ਸੀ ਤੇਰੀ ਬੇਬੇ ਨੂੰ। ਇੰਨੀ ਸੋਹਣੀ ਸੀ ਉਹ। ਕਹਿ ਕੇ ਉਹ ਚੁੱਪ ਹੋ ਗਏ ਤੇ ਅਚਾਨਕ ਬੋਲੇ, ਫਿਰ ਉਹ ਵੀ ਮੈਨੂੰ ਛੱਡ ਕੇ ਚਲੀ ਗਈ। ਟੀਵੀ ਹੋ ਗਈ ਸੀ ਉਹਨੂੰ। ਇੱਕ ਉਦਾਸੀ ਜਿਹੀ ਨੇ ਘੇਰ ਲਿਆ ਉਹਨਾਂ ਦਾ ਚਿਹਰਾ। ਉੱਠ ਕੇ ਖੜੇ ਹੋ ਗਏ ਤੇ ਕਹਿਣ ਲੱਗੇ, ਆਪਣੇ ਪਾਪਾ ਨੂੰ ਕਹੀਂ ਮੇਰੀ ਦਵਾਈ ਜ਼ਰੂਰ ਲਿਆ ਦੂ। ਆਪਣੀ ਸੋਟੀ ਚੱਕੀ ਤੇ ਫਿਰ ਮੁੜ ਕੇ ਮੈਨੂੰ ਕਹਿਣ ਲੱਗੇ, ਮਿੰਨੀ ਪੁੱਤ ਹੁਣ ਮੈਂ ਆਰਾਮ ਕਰੂੰਗਾ। ਤੂੰ ਰਾਤ ਨੂੰ ਪੈਣ ਤੋਂ ਪਹਿਲਾਂ ਮੈਨੂੰ ਬੜਾ ਕੰਗਣੀ ਵਾਲਾ ਗਲਾਸ ਭਰ ਕੇ ਗਰਮ ਦੁੱਧ ਜ਼ਰੂਰ ਦੇ ਦੇ। ਤੇਰੀ ਬੇਬੇ ਨੇ ਇਹੀ ਜਿਹੀ ਆਦਤ ਪਾਈ ਆ ਕਿ ਇਸ ਤੋਂ ਬਿਨਾਂ ਹੁਣ ਨੀਂਦ ਨਹੀਂ ਆਉਂਦੀ। ਮੇਰਾ ਸਿਰ ਪਿਆਰ ਨਾਲ ਪਲੋਸਿਆ ਤੇ ਫਿਰ ਹੌਲੀ ਹੌਲੀ ਅੰਦਰ ਨੂੰ ਚਲੇ ਗਏ। ਮੈਂ ਉੱਥੋਂ ਉੱਠੀ ਤੇ ਦੇਖਿਆ ਆਸ਼ਰਮ ਦੇ ਮੈਨੇਜਰ ਮੇਰੇ ਨਾਲ ਗੱਲ ਕਰਨ ਦੀ ਉਡੀਕ ਕਰ ਰਹੇ ਸੀ। ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਮੁਖੀ ਜੀ ਯਾਨੀ ਮੁਖਤਿਆਰ ਸਿੰਘ ਗਿੱਲ ਦੇ ਪਰਿਵਾਰ ਵਾਲੇ ਉਹਨਾਂ ਦਾ ਪੁੱਤ, ਨੂੰਹ ਤੇ ਪੋਤੀ 4 ਸਾਲ ਹੋਏ ਇਹਨਾਂ ਨੂੰ ਬਿਨਾਂ ਕੁਝ ਦੱਸੇ ਇੱਥੇ ਛੱਡ ਕੇ ਕੈਨੇਡਾ ਚਲੇ ਗਏ ਸੀ। ਕੁਝ ਮਹੀਨੇ ਤਾਂ ਫੋਨ ਕਦੇ ਕਦਾਰ ਆ ਜਾਂਦਾ ਸੀ ਇਹਨਾਂ ਬਾਰੇ ਪੁੱਛਣ ਨੂੰ, ਪਰ ਹੁਣ ਤਾਂ 2 ਸਾਲ ਤੋਂ ਕਿਸੇ ਨੇ ਕੋਈ ਖਬਰ ਨਹੀਂ ਲਈ ਇਹਨਾਂ ਦੀ। ਮੈਂ ਭਰੇ ਮਨ ਨਾਲ ਉੱਥੋਂ ਨਿਕਲੀ, ਗੱਡੀ 'ਚ ਬੈਠੀ ਤੇ ਆਪਣੇ ਪਿੰਡ ਵੱਲ ਤੁਰ ਪਈ। ਇਹ ਅਹਿਸਾਸ ਮੇਰੇ ਨਾਲ ਸੀ ਜਿਵੇਂ ਮੁਖੀ ਜੀ ਦਾ ਪਿਆਰ ਭਰਿਆ ਹੱਥ ਮੇਰੇ ਸਿਰ ਤੇ ਹੈਗਾ। ਉਸ ਆਸ਼ਰਮ ਜਾਂ ਹੋਰ ਇਹੋ ਜਿਹੀਆਂ ਜਗ੍ਹਾ ਮਜਬੂਰਨ ਰਹਿਣ ਵਾਲੇ ਬਜ਼ੁਰਗਾਂ ਦੀਆਂ ਇਸੇ ਤਰ੍ਹਾਂ ਦੀਆਂ ਆਪ ਬੀਤੀਆਂ ਸੈਂਕੜੋਂ ਕਹਾਣੀਆਂ ਹੋਣਗੀਆਂ। ਇਹ ਵੀ ਚੰਗਾ ਹੀ ਸੀ ਕਿ ਮੁਖੀ ਜੀ ਨੂੰ ਅੱਜ ਤੱਕ ਕੋਈ ਪਤਾ ਨਹੀਂ, ਕੋਈ ਭਾਣ ਨਹੀਂ। ਇਹ ਨਹੀਂ ਜਾਣਦੇ ਕਿ ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਰੱਬ ਤੋਂ ਲਿਆ ਸੀ, ਜਿਹਦੀ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ, ਹੁਣ ਜਦ ਪਿਓ ਨੂੰ ਸਹਾਰੇ ਦੀ ਲੋੜ ਸੀ ਤਾਂ ਉਹ ਆਪਣਾ ਹੱਥ ਛਡਾ ਕੇ ਅਣਜਾਣ ਲੋਕਾਂ ਦੇ ਸਹਾਰੇ ਉਹਨੂੰ ਉਡੀਕਦਾ ਛੱਡ ਕੇ ਪਰਦੇਸ ਤੁਰ ਗਿਆ। ਹੈਰਾਨ ਸੀ ਮੈਂ ਕਿ ਇਸ ਪਿਆਰ ਤੇ ਨਿੱਘੇ ਪ੍ਰਤਾਪ ਵਾਲੀ ਧਰਤੀ 'ਚ ਇੱਕ ਕਿਹੋ ਜਿਹੀ ਫਸਲ ਉੱਗ ਪਈ ਹੈ। ਸ਼ੁਕਰ ਹੈ ਰੱਬ ਦਾ ਕਿ ਉਹ ਸਮੇਂ 'ਚ ਠਹਿਰ ਗਏ ਨੇ, ਨਹੀਂ ਤਾਂ ਬਿਨਾਂ ਦੰਦਾਂ ਦੀ ਉਹਨਾਂ ਦੀ ਮੁਸਕਰਾਹਟ ਵੀ ਨਹੀਂ ਸੀ ਰਹਿਣੀ। ਮੈਂ ਉਹ ਪੁਰਾਣਾ ਮੁੱਚੜਿਆ 1 ਰੁਪਏ ਦਾ ਨੋਟ ਹਰ ਵਕਤ ਆਪਣੇ ਬਟੂਏ 'ਚ ਰੱਖਦੀ ਹਾਂ, ਬਾਪੂ ਜੀ ਦੀ ਅਸੀਸ ਸਮਝ ਕੇ।